हाँ जी, उस तो बाद नैक्सट क्वेश्चन आ गया हम क्वेश्चन नंबर 70। ਇਹ 6 ਮਾਰਕਸ ਵਾਲੇ ਦੋ ਕੁਐਸਚਨਸ ਆਣੇ ਆ। ਦੋ ਕੁਐਸਚਨਸ ਦੇ ਵਿੱਚੋਂ ਇੱਕ ਕੁਐਸਚਨ ਤੁਹਾਡੀ ਥਿਓਰਮ ਨਾਲ ਰਿਲੇਟਡ ਹੋਣਾ। ਉਹ ਕਿਹੜੀ ਥਿਓਰਮ ਆ ਸਕਦੀ ਹੈ ਤੁਹਾਨੂੰ ਕਿ ਚਾਰ ਥਿਓਰਮਾਂ ਹੈਗੀਆਂ ਤੁਹਾਡੀਆਂ ਸਿਮਿਲਰ ਟ੍ਰਾਇੰਗਲ ਦੇ ਸਮਰੂਪਤਾ 6th ਚੈਪਟਰ ਹੈਗਾ ਤੁਹਾਡਾ। ਤੇ ਸਮਾਨ ਅਨੁਪਾਤ ਦਾ ਥਿਓਰਮ, ਇੱਕ ਰੇਸ਼ੋ ਆਫ ਦਾ ਏਰੀਆਜ਼ ਵਾਲੀ ਖੇਤਰਫਲਾਂ ਦੇ ਦਾ ਅਨੁਪਾਤ ਵਾਲੀ, ਇੱਕ ਪਾਈਥਾਗੋਰਸ ਥਿਓਰਮ, ਇੱਕ ਪਾਈਥਾਗੋਰਸ ਦਾ ਉਲਟ। ਚਾਰ ਥਿਓਰਮਾਂ ਇਹ ਤੇ ਦੋ ਸਰਕਲ ਦੇ ਚੈਪਟਰ ਦੀਆਂ। ਛਿਆਂ ਚੋਂ ਇੱਕ ਥਿਓਰਮ ਆਣੀ ਆ। ਉਹ ਛਿਆਂ ਦੇ ਵਿੱਚੋਂ ਇੱਕ ਥਿਓਰਮ ਦੇਖੋ, ਦੋ ਥਿਓਰਮਾਂ ਦਿੱਤੀਆਂ, ਦੋਵਾਂ ਦੇ ਵਿੱਚ ਇੱਕ ਥਿਓਰਮ ਦੇ ਵਿੱਚ ਦਿੱਤੀ ਹੈ ਤੇ ਉਹਦੇ 'ਚ ਚੋਇਸ ਦਿੱਤੀ ਹੈ ਕਿ ਇੱਕ ਚਾਰਾਂ ਚੋਂ ਇੱਕ ਆਹ ਵਾਲੀ ਕਰੋ ਜਾਂ ਦੋ ਸਰਕਲ, ਇੱਕ ਸਰਕਲ ਦੀ ਦਿੱਤੀ ਹੈ, ਦੋਨਾਂ 'ਚ ਕੋਈ ਕਰੋ। ਹੁਣ ਇੱਕ ਥਿਓਰਮ ਤੇ ਪੱਕਾ ਹੀ ਹੈ ਨਾ ਕਿ 6 ਨੰਬਰ ਦਾ ਤੁਹਾਡਾ ਕੁਐਸਚਨ ਆ। ਇਹ ਵੀ ਤੁਸੀਂ ਕਿਸੇ ਤਰ੍ਹਾਂ ਵੀ ਇਹਨੂੰ ਕ੍ਰੈਮ ਕਰਕੇ ਕਰ ਲਓ, ਯਾਦ ਕਰ ਲਓ, ਇਹ ਲਿਖ ਲਿਖ ਕੇ ਦੇਖ ਲਓ, ਯਾਦ ਹੋ ਜਾਂਦੀਆਂ। ਹੁਣ ਆਹ ਦੇਖੋ, ਆਹ ਜਿਹੜੀ ਥਿਓਰਮ ਆਈ ਹੈ ਇਹ ਕਿਸ ਤਰ੍ਹਾਂ ਸਿੰਪਲੀਫਾਈ ਕਰਨੀ ਹੈ। ਇਹਦਾ ਸੋਲੂਸ਼ਨ ਦੇਖੋ ਕਿਵੇਂ ਕਰਨਾ ਹੈਗਾ। ਬਹੁਤ ਹੀ ਈਜ਼ੀ ਥਿਓਰਮ ਹੈ। prove that in a right triangle square of the hypotenuse is equal to sum of the square of other two sides। ਸਿੱਧ ਕਰੋ ਕਿ ਇੱਕ ਸਮਕੋਣ ਤ੍ਰਿਭੁਜ ਵਿੱਚ ਕਰਨ ਦਾ ਵਰਗ ਬਾਕੀ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ। ਦੇਖੋ ਕਿਸ ਤਰ੍ਹਾਂ ਕਰਨੀ ਹੈ। ਅ ਰਾਈਟ ਐਂਗਲ ਟ੍ਰਾਇੰਗਲ ਗਿਵਨ ਹੈ ਸਾਡੇ ਕੋਲ। ਇੱਕ ਸਮਕੋਣੀ ਤਿਕੋਣ ਰਾਈਟ ਐਂਗਲ ਟ੍ਰਾਇੰਗਲ ਇਹ ਦਿੱਤੀ ਹੋਵੇ ਜੇ ਉਹਨੇ ਕਿਹਾ ਕਿ ਪ੍ਰੂਵ ਕਰੋ, ਸਿੱਧ ਕਰੋ ਕਿ ਪ੍ਰੂਵ ਦੈਟ ਇਨ ਅ ਰਾਈਟ ਟ੍ਰਾਇੰਗਲ, ਇਹ ਰਾਈਟ ਟ੍ਰਾਇੰਗਲ ਹੈ, ਸਮਕੋਣੀ ਤ੍ਰਿਭੁਜ ਹੈ। ਸਕੇਅਰ ਆਫ ਦਾ ਹਾਈਪੋਟਨਿਊਜ਼ 90 ਡਿਗਰੀ ਦੇ ਸਾਹਮਣੇ ਵਾਲੀ ਭੁਜਾ ਨੂੰ ਹਾਈਪੋਟਨਿਊਜ਼ ਕਹਿੰਦੇ ਆ। ਕਰਨ ਕਹਿੰਦੇ ਇਹਨੂੰ ਪੰਜਾਬੀ। ਕਰਨ ਦਾ ਵਰਗ, ਇਹਦਾ ਵਰਗ ਬਾਕੀ ਦੋ ਭੁਜਾਵਾਂ ਦੇ, ਆਹ ਦੋ ਬਾਕੀ ਦੀਆਂ ਭੁਜਾਵਾਂ ਬਚ ਗਈਆਂ, ਦੇ ਵਰਗਾਂ ਦੇ ਜੋੜ ਦੇ, ਇਹਦਾ ਵਰਗ ਏ ਬੀ ਦੀ 2 ਜਮਾ ਇਹਦਾ ਵਰਗ ਬੀ ਸੀ ਦੀ 2। ਮਤਲਬ ਏ ਸੀ ਦੀ 2 ਬਰਾਬਰ ਏ ਬੀ ਦੀ 2 ਜਮਾ ਬੀ ਸੀ ਦੀ 2 ਹੁੰਦਾ ਹੈ ਰਾਈਟ ਟ੍ਰਾਇੰਗਲ ਦੇ ਵਿੱਚ। ਇਹ ਪਾਈਥਾਗੋਰਸ ਦਾ ਸਿਧਾਂਤ ਹੈ। ਇਹਨੂੰ ਆਪਾਂ ਸਿੱਧ ਕਰਨਾ, ਪ੍ਰੂਵ ਕਰਨਾ। ਕਿੱਦਾਂ ਲਿਖਾਂਗੇ? ਸਾਡੇ ਕੋਲ ਕੀ ਦਿੱਤਾ ਇੱਥੇ ਲਿਖਾਂਗੇ ਪਹਿਲਾਂ ਗਿਵਨ। ਗਿਵਨ ਕੀ ਹੈ ਸਾਡੇ ਕੋਲ? ਗਿਵਨ ਦੇਖੋ, ਟ੍ਰਾਇੰਗਲ ਏ ਬੀ ਸੀ is a right triangle right angled at B ਲੈ ਲਿਆ ਆਪਾਂ। ਇੱਕ ਪੁਆਇੰਟ ਦੇ ਉੱਤੇ ਰਾਈਟ ਐਂਗਲ 90 ਡਿਗਰੀ ਦਾ ਕੋਣ ਬਣਦਾ ਪਿਆ। ਠੀਕ ਹੈ। ਇਹਦੇ ਵਿੱਚ ਤੁਸੀਂ ਇੱਥੇ ਲਿਖ ਲੈਣਾ, ਪੰਜਾਬੀ 'ਚ ਕਿਵੇਂ ਲਿਖਣਾ ਉਹ ਵੀ ਦੇਖ ਲਓ। ਸਭ ਤੋਂ ਪਹਿਲਾਂ ਇੱਥੇ ਬੇਟੇ ਲਿਖਣਾ ਹੁੰਦਾ ਦਿੱਤਾ ਹੈ ਕਿ ਸਟੇਟਮੈਂਟ 'ਚ ਕੀ ਦਿੱਤਾ ਤੇ ਕੀ ਸਿੱਧ ਕਰਨਾ। ਆਪਾਂ ਕੀ ਦਿੱਤਾ? त्रिकोण ए बी सी समकोणी त्रिभुज है। कोण भी बराबर है 90 डिग्री। हुण इहदे विच आ गया कि टू प्रूव का मतलब आ कि प्रूव की करना आपां। ए सी स्केयर ਕਰਨ ਦਾ ਵਰਗ इज इक्वल टू हाइपोटेन्यूज ਦਾ ਸਕੁਅਰ इज इक्वल टू ए बी स्केयर प्लस बी सी स्केयर। ए बी स्केयर प्लस बी सी स्केयर ਇਹਦੇ ਵਿੱਚ ਵੀ ਸੇਮ ਹੀ ਆ। ਉਹਨੂੰ ਲਿਖਦੇ ਆ ਸਿੱਧ ਕਰਨਾ। ਸਿੱਧ ਕਰੋ, ਇੱਥੇ ਲਿਖਿਆ ਨਾ ਸਿੱਧ ਕਰੋ, ਇੱਥੇ ਲਿਖਿਆ ਪ੍ਰੂਵ ਦੈਟ। ਪ੍ਰੂਵ ਦੈਟ ਮਤਲਬ ਟੂ ਪ੍ਰੂਵ, ਇਹਨੂੰ ਟੂ ਪ੍ਰੂਵ ਕਹਿੰਦੇ। ਸਿੱਧ ਕਰਨਾ, ਕੀ ਸਿੱਧ ਕਰਨਾ? ਆ ਜਿਹੜਾ ਲਿਖਿਆ ਆਪਾਂ, ਕਰਨ ਦਾ ਵਰਗ ਏ ਸੀ ਦੀ 2 ਬਰਾਬਰ ਏ ਬੀ ਦੀ 2 ਜਮਾ ਬੀ ਸੀ ਦੀ 2। ਇਹ ਸਿੱਧ ਕਰਨਾ ਆਪਾਂ। ਹੁਣ ਕੰਸਟਰਕਸ਼ਨ ਆਪਣੇ ਕੋਲੋਂ ਪੁਆਇੰਟ ਕਿਹੜਾ ਲੈ ਲੈਣਾ, ਰਚਨਾ ਆਪਣੇ ਕੋਲੋਂ ਲੈਣੀ। ਇੱਕ ਕੀ ਕਰਨਾ ਆ, ਇੱਥੋਂ ਇੱਕ ਪਰਪੈਂਡੀਕੂਲਰ ਬਣਾ ਦੇਣਾ ਬੇਟੇ, ਬੀ ਡੀ, ਬੀ ਤੇ ਡੀ। ਇੱਥੇ ਲਿਖਾਂਗੇ ਡਰਾ बी डी परपेंडिकुलर टू ए सी। रचना इत्थे लिख देना बी डी परपेंडिकुलर टू ए सी बनाओ।
फिर इत्थे लिख देना प्रूफ, इत्थे लिख देना सबूत। ਇਹ ਸਟੈਪਸ ਹੈਗੇ ਤੁਹਾਡੇ ਜਿਹੜੇ ਪ੍ਰੂਫ ਕਰਨੇ ਆਪਾਂ। ਹੁਣ ਆ ਸਬੂਤ ਤੇ ਪ੍ਰੂਫ ਇੱਕੋ ਗੱਲ ਆ, ਜਿਹੜਾ ਮਰਜ਼ੀ ਕਰ ਦਈਏ, ਇਹ ਇੱਕੋ ਸੇਮ ਸਟੈਪਸ ਹੀ ਆਪਾਂ ਲਿਖਣੇ ਆ। ਹੁਣ ਕੀ ਕਰਨਾ ਆਪਾਂ ਕਿ ਉਹ ਵਾਲੀ ਟ੍ਰਾਇੰਗਲਸ ਨੂੰ ਸਿਮਿਲਰ ਪ੍ਰੂਵ ਕਰ ਦੇਣਾ ਜਿਹਦੇ ਵਿੱਚ ਏ ਬੀ ਆਉਂਦਾ। ਦੋ ਟ੍ਰਾਇੰਗਲਸ ਲੈਣੀਆਂ, ਇੱਕ ਤਾਂ ਸਾਡੇ ਕੋਲ ਟ੍ਰਾਇੰਗਲ ਹੈਗੀ ਆ ਏ ਬੀ ਡੀ, ਇਹਦੇ ਵਿੱਚ ਏ ਬੀ ਆਉਂਦਾ। ਇੱਕ ਹੈਗੀ ਆ ਏ ਬੀ ਸੀ, ਇਹਦੇ ਵਿੱਚ ਵੀ ਏ ਬੀ ਆਉਂਦਾ। ਇਹਨਾਂ ਨੂੰ ਸਮਰੂਪਤਾ ਸਿੱਧ ਕਰ ਦੇਣਾ, ਸਮਰੂਪ ਸਿਮਿਲਰ ਪ੍ਰੂਵ ਕਰ ਦੇਣਾ। ਇੱਥੇ ਸੈਪਰੇਟਲੀ ਪਹਿਲਾਂ ਟ੍ਰਾਇੰਗਲਸ ਨੂੰ ਆਪਾਂ ਡਰਾ ਕਰਕੇ ਦੇਖ ਲੈਣਾ ਕਿਵੇਂ ਲਿਖਣਾ। ਇੱਥੇ ਇੱਕ ਟ੍ਰਾਇੰਗਲ ਲੈ ਲਈ ਆਪਾਂ ਏ ਡੀ ਬੀ, ਆਹ ਵਾਲੀ ਇੱਦਾਂ ਬਣਾ ਲਈ। ਏ ਡੀ ਆ 90 ਡਿਗਰੀ ਦਾ ਤੇ ਬੀ। ਇੱਕ ਹੈਗੀ ਸਾਡੇ ਕੋਲ ਆ ਲੈ ਲਈ ਏ ਬੀ ਤੇ ਸੀ, ਆਹ ਵਾਲੀਆਂ ਆ 90 ਡਿਗਰੀ ਦਾ ਦਿੱਤਾ ਕੋਣ ਸਾਡੇ ਕੋਲ। ਦੋਨੋਂ ਟ੍ਰਾਇੰਗਲਸ ਨੂੰ ਸਿਮਿਲਰ ਪ੍ਰੂਵ ਕਰ ਦੇਣਾ। ਸਿਮਿਲਰ ਕਦੋਂ ਹੁੰਦੀਆਂ ਟ੍ਰਾਇੰਗਲਸ? ਜਦੋਂ ਇਹਦੇ ਦੋ ਕੋਣ ਤੇ ਇਹਦੇ ਦੋ ਕੋਣ ਆਪਸ ਵਿੱਚ ਹੀ ਬਰਾਬਰ ਆ ਜਾਣ। ਹੁਣ ਕਿੱਦਾਂ, ਇੱਥੇ ਕੀ ਲਿਖਣਾ ਪਹਿਲਾਂ, ਇਨ ਟ੍ਰਾਇੰਗਲ ਕਿਹੜੀਆਂ ਜਿਹੜੀਆਂ ਵੀ ਦੋ ਟ੍ਰਾਇੰਗਲ ਲੈਣੀਆਂ, ਇਨ ਟ੍ਰਾਇੰਗਲ ਏ ਬੀ ਸੀ ਐਂਡ ਟ੍ਰਾਇੰਗਲ ਏ ਡੀ ਬੀ, ਏ ਬੀ ਸੀ ਏ ਡੀ ਬੀ। ਠੀਕ ਹੈ। ਹੁਣ ਆਹ ਵਾਲਾ ਕੋਣ, ਇਹਦਾ ਕੋਣ ਦਾ ਨਾਂ ਹੈਗਾ ਏ ਬੀ ਸੀ। ਜਿਹਦੇ ਉੱਤੇ ਕੋਣ ਆ ਉਹਨੂੰ ਵਿਚਕਾਰ ਲਿਖਣਾ ਏ ਬੀ ਸੀ ਬਰਾਬਰ ਹੈ ਏ ਡੀ ਬੀ। ਏ ਡੀ ਬੀ ਕਿਉਂ ਬਰਾਬਰ ਹੈਗੇ? ਕਿਉਂਕਿ ਈ 'ਚ 90 ਡਿਗਰੀ, ਈ 'ਚ 90 ਡਿਗਰੀ ਹੈ। ਤੇ ਆਹ ਵਾਲਾ ਕੋਣ ਤੇ ਆਹ ਵਾਲਾ ਕੋਣ ਇਹ ਦੋਨੋਂ ਬਰਾਬਰ ਆ। ਇਹਨੂੰ ਕਹਿੰਦੇ ਕਾਮਨ, ਮਤਲਬ ਸਾਂਝਾ ਕੋਣ। ਕੋਣ ਏ ਇੱਥੇ ਲਿਖ ਦੇਣਾ ਐਂਗਲ ਏ ਇਜ਼ ਇਕੁਅਲ ਟੂ ਐਂਗਲ ਬੀ ਬਿਕੋਜ਼ ਕਾਮਨ। ਸੋ ਜਦੋਂ ਇਹ ਦੋ ਐਂਗਲਸ ਇਹਦੇ ਦੋ ਐਂਗਲ ਇਹਦੇ ਇਕੁਅਲ ਹੋ ਗਏ ਤੇ ਇਹਦਾ ਮਤਲਬ ਹੈ ਕਿ ਟ੍ਰਾਇੰਗਲਸ ਆਪਸ ਵਿੱਚ ਹੀ ਸਿਮਿਲਰ ਹੋ ਗਈਆਂ। ਏ ਬੀ ਸੀ ਆ ਸਿਮਿਲਰ ਦਾ ਸਿੰਬਲ ਆ, ਸਮਰੂਪਤਾ। ਇਹ ਸਿਮਿਲਰ ਦਾ ਸਿੰਬਲ ਆ, ਏ ਡੀ ਬੀ ਦੇ ਸਿਮਿਲਰ ਹੋ ਗਈ। ਤੇ ਜਦੋਂ ਦੋ ਕੋਣ ਤੇ ਦੋ ਕੋਣ ਬਰਾਬਰ ਆ, ਥਰਡ ਆਟੋਮੈਟਿਕਲੀ ਆਪਣੇ ਆਪ ਹੀ ਬਰਾਬਰ ਹੋ ਜਾਂਦਾ। ਆਹ ਵਾਲਾ ਕੋਣ ਇਹਦੇ ਬਰਾਬਰ ਹੋ ਗਿਆ। ਫਿਰ ਹੁਣ ਜਦੋਂ ਦੋਨੋਂ ਤਿਕੋਣਾ ਆਪਸ ਵਿੱਚ ਸਿਮਿਲਰ ਹੋ ਜਾਣ ਤੇ ਇਹਨਾਂ ਦੀ ਜਿਹੜੀ ਸਾਈਡਸ ਦੀ ਰੇਸ਼ੋ ਆ ਉਹ ਬਰਾਬਰ ਹੋ ਜਾਂਦੀ ਆ। ਸਾਈਡਸ ਦੀ ਰੇਸ਼ੋ ਕਿਵੇਂ ਲੈਣੀ ਆ? ਆਹ ਦੇਖੋ, ਇਹ ਵਾਲਾ ਕੋਣ ਲੈ ਲਈਏ, ਮੰਨ ਲਓ ਆਹ ਵਾਲਾ ਕੋਣ ਲੈ ਲਿਆ, ਇਹਦੇ ਸਾਹਮਣੇ ਵਾਲੀ ਭੁਜਾ ਏ ਬੀ, ਇੱਥੇ ਲਿਖ ਦੇਣਾ ਤੁਸੀਂ ਜਦੋਂ ਟ੍ਰਾਇੰਗਲ ਸਿਮਿਲਰ ਆ ਏ ਸਿਮਿਲੈਰਿਟੀ ਦੇ ਅਨੁਸਾਰ, ਏ ਸਿਮਿਲੈਰਿਟੀ। ਹੁਣ ਇਹਦੇ ਸਾਹਮਣੇ ਵਾਲੀ ਭੁਜਾ ਏ ਬੀ, ਆ ਐਂਗਲ ਇਹਦੇ ਇਕੁਅਲ ਆ, ਇਹਦੇ ਸਾਹਮਣੇ ਭੁਜਾ ਏ ਡੀ। ਫਿਰ ਅਗਲਾ ਲੈ ਲਿਆ 90 ਡਿਗਰੀ ਵਾਲਾ, 90 ਡਿਗਰੀ ਦੇ ਸਾਹਮਣੇ ਭੁਜਾ ਏ ਸੀ, ਆ 90 ਇਹਦੇ ਬਰਾਬਰ ਆ, ਇਹਦੇ ਸਾਹਮਣੇ ਵਾਲੀ ਸਾਈਡ ਜਿਹੜੀ ਹੈਗੀ ਉਹ ਆ ਗਈ ਏ ਬੀ। ਰਹਿ ਕਿਹੜੀ ਗਈ ਆ ਹੁਣ? ਇਹਦੇ ਸਾਹਮਣੇ ਭੁਜਾ ਆਹ ਵਾਲਾ ਕੋਣ ਰਹਿ ਗਿਆ, ਇਹਦੇ ਸਾਹਮਣੇ ਭੁਜਾ ਬੀ ਸੀ, ਆ ਇਹਦੇ ਬਰਾਬਰ ਆ, ਇਹਦੇ ਸਾਹਮਣੇ ਵਾਲੀ ਆ ਗਈ ਬੀ ਡੀ। ਅਸੀਂ ਕੀ ਰਿਕੁਆਇਰਮੈਂਟ ਕੀ ਹੈਗੀ ਸਾਡੀ? ਏ ਬੀ ਸਕੁਅਰ। ਹੁਣ ਆਪਾਂ ਦੇਖੀਏ ਵੀ ਇਹਦੀ ਲੋੜ ਨਹੀਂ ਹੈਗੀ ਸਾਡੇ ਕੋਲ। ਆ ਏ ਬੀ ਓਵਰ ਏ ਡੀ ਤੇ ਏ ਸੀ ਓਵਰ ਏ ਡੀ ਦੀ ਜ਼ਰੂਰਤ ਹੈ, ਇਹਨੂੰ ਆਪਾਂ ਕੰਸੀਡਰ ਕਰ ਲੈਣਾ। ਇਹਨੂੰ ਜਦੋਂ ਇਹਦੇ ਨਾਲ ਮਲਟੀਪਲਾਈ ਕਰਾਂਗੇ ਏ ਬੀ ਇੰਟੂ ਏ ਬੀ, ਉਹ ਏ ਬੀ ਸਕੁਅਰ ਬਣ ਜਾਏਗਾ ਤੇ ਇਹਨੂੰ ਇਹਦੇ ਨਾਲ ਮਲਟੀਪਲਾਈ ਕਰ ਦਾਂਗੇ। ਇੱਥੇ ਲਿਖ ਦਾਂਗੇ ਸਿੱਧਾ ਡਾਇਰੈਕਟ ਲਿਖ ਦੇਣਾ ਦੇਅਰਫੋਰ ਏ ਬੀ ਸਕੁਅਰ ਇਜ਼ ਇਕੁਅਲ ਟੂ ਏ ਡੀ ਇੰਟੂ ਏ ਸੀ, ਏ ਡੀ ਇੰਟੂ ਏ ਸੀ। ਆ ਨੰਬਰ 1 ਆ ਗਿਆ। ਹੁਣ ਇਸ ਤੋਂ ਬਾਅਦ ਕੀ ਕਰਨਾ ਹੈਗਾ ਆਪਾਂ? ਦੇਖੋ ਕਿ ਹੁਣ ਰਿਕੁਆਇਰਮੈਂਟ ਕੀ ਹੈਗੀ? ਬੀ ਸੀ ਸਕੁਅਰ। ਹੁਣ ਉਹ ਵਾਲੀਆਂ ਦੋ ਟ੍ਰਾਇੰਗਲਸ ਨੂੰ ਸਿਮਿਲਰ ਪ੍ਰੂਵ ਕਰ ਦੇਣਾ ਜਿਹਦੇ ਵਿੱਚ ਬੀ ਸੀ ਆਉਂਦਾ। ਇੱਕ ਤੇ ਆ ਹੈਗੀ ਆ ਏ ਬੀ ਸੀ, ਇੱਕ ਬੀ ਸੀ ਡੀ ਲੈ ਲੈਣੀ ਆ ਵਾਲੀ। ਇਹਨੂੰ ਇਸ ਤਰ੍ਹਾਂ ਹੀ ਡਰਾ ਕਰ ਲਓ ਜਿੱਦਾਂ ਇੱਥੇ ਡਰਾ ਕੀਤੀ ਹੋਈ ਆ। ਇਹ ਆ ਗਿਆ ਬੀ ਸੀ ਤੇ ਆ 90 ਡਿਗਰੀ ਦਾ ਹੈਗਾ, ਇੱਧਰ ਵੀ 90 ਡਿਗਰੀ ਦਾ, ਜਦੋਂ 90 ਦਾ। ਹੁਣ
ਇੱਕ ਆ ਤੇ ਇੱਕ ਆ ਦੋਨੋਂ ਟ੍ਰਾਇੰਗਲਸ ਨੂੰ ਸਿਮਿਲਰ ਉਦਾਂ ਹੀ ਪ੍ਰੂਵ ਕਰ ਦੇਣਾ ਜਿੱਦਾਂ ਇੱਥੇ ਕੀਤਾ, ਜਿੱਦਾਂ ਇੱਥੋਂ ਏ ਬੀ ਸਕੁਅਰ ਕੱਢਿਆ ਉੱਦਾਂ ਬੀ ਸੀ ਸਕੁਅਰ ਕੱਢ ਦੇਣਾ, ਫਿਰ ਦੋਨਾਂ ਨੂੰ ਜੋੜ ਦੇਵਾਂਗੇ ਤੇ ਸਾਡਾ ਜਵਾਬ ਆ ਜਾਣਾ। ਬਸ ਇੰਨੀ ਥਿਓਰਮ ਹੈ। ਦੇਖੋ ਕਿਵੇਂ ਕਰਨਾ। ਹੁਣ ਇੱਥੇ ਲਿਖਣਾ ਪਹਿਲਾਂ ਕਿਹੜੀ ਕਿਹੜੀ ਟ੍ਰਾਇੰਗਲ ਲੈ ਲਈ ਆਪਾਂ, ਇਨ ਟ੍ਰਾਇੰਗਲ ਏ ਬੀ ਸੀ ਐਨ ਟ੍ਰਾਇੰਗਲ ਬੀ ਡੀ ਸੀ। ਫਿਰ ਉਸੇ ਤਰ੍ਹਾਂ ਦੇਖਣਾ ਆਪਾਂ ਕਿਹੜਾ ਕਿਹੜਾ ਕੋਣ, ਆਹ 90 ਡਿਗਰੀ ਦਾ, ਆ ਵੀ 90 ਡਿਗਰੀ ਦਾ, ਦੋਨੋਂ ਬਰਾਬਰ ਹੈ। ਇੱਥੇ ਲਿਖਾਂਗੇ ਜਿਹੜੇ ਪੁਆਇੰਟ ਦੇ ਉੱਤੇ ਕੋਣ ਆ ਉਹਨੂੰ ਵਿਚਕਾਰ ਰੱਖਣਾ, ਜਦੋਂ ਪੂਰਾ ਨਾ ਲੈਣਾ। ਏ ਬੀ ਸੀ, ਐਂਗਲ ਏ ਬੀ ਸੀ ਇੱਦਾਂ ਕਰਕੇ ਲਿਖਣਾ, ਇਜ਼ ਇਕੁਅਲ ਟੂ ਐਂਗਲ ਬੀ ਡੀ ਸੀ, ਜਾਂ ਸੀ ਡੀ ਬੀ ਵੀ ਲਿਖ ਸਕਦੇ ਹਾਂ, ਬੀ ਡੀ ਸੀ, ਬੀ ਡੀ ਸੀ ਦੋਨੋਂ ਬਰਾਬਰ ਹੈ ਕਿਉਂਕਿ ਈਚ 90 ਡਿਗਰੀ। ਫਿਰ ਹੋਰ ਆਹ ਵਾਲਾ ਐਂਗਲ ਇਹਦੇ ਬਰਾਬਰ ਸੇਮ ਹੈਗਾ। ਆਹ ਦੇਖੋ ਆਹ ਵਾਲਾ ਜਿਹੜਾ ਐਂਗਲ ਆ ਉਹ ਆਹ ਟ੍ਰਾਇੰਗਲ ਦੇ ਵਿੱਚ ਵੀ ਆਂਦਾ ਤੇ ਆਹ ਵਾਲੇ ਟ੍ਰਾਇੰਗਲ ਦੇ ਵਿੱਚ ਵੀ ਆਂਦਾ, ਤੇ ਸੇਮ ਮੇਜਰਮੈਂਟ ਹੋਏਗੀ ਆਹ ਵਾਲੇ ਦੀ। ਇਹਨੂੰ ਲਿਖਾਂਗੇ ਐਂਗਲ ਸੀ ਇਜ਼ ਇਕੁਅਲ ਟੂ ਐਂਗਲ ਸੀ। ਕਿਉਂ ਇਕੁਅਲ ਹੈਗੇ? ਬਿਕੋਜ਼ ਕਾਮਨ। therefore our triangle ABC is similar to triangle BDC by angle similarity। ਹੁਣ ਜਦੋਂ ਇਹ ਬਰਾਬਰ ਹੋ ਗਏ, ਆ ਦੇਖੋ ਆ ਐਂਗਲ ਇਹਦੇ ਬਰਾਬਰ ਆ ਇਹਦੇ ਬਰਾਬਰ ਆ ਤੇ ਆ ਇਹਦੇ ਬਰਾਬਰ ਹੋ ਗਿਆ, ਤੀਸਰਾ ਐਂਗਲ ਆਟੋਮੈਟਿਕਲੀ ਬਰਾਬਰ ਹੋ ਗਿਆ। ਹੁਣ ਜਦੋਂ ਐਂਗਲ ਬਰਾਬਰ ਹੋ ਗਏ ਤੇ ਇਹਨਾਂ ਦੇ ਸਾਈਡਸ ਦੀ ਰੇਸ਼ੋ ਲੈ ਲੈਣੀ ਆ। ਸਾਈਡ ਦੀ ਰੇਸ਼ੋ ਜਿੱਦਾਂ ਪਹਿਲਾਂ ਲਈ ਸੀ, ਹੁਣ ਕਿੱਦਾਂ ਦੇਖੋ ਇੱਕ ਵਾਰੀ ਫਿਰ। ਇਸ ਐਂਗਲ ਦੇ ਸਾਹਮਣੇ ਵਾਲੀ ਸਾਈਡ ਹੈਗੀ BC, ਆਹ ਵਾਲਾ ਐਂਗਲ ਲਿਆ ਸੀ, ਆਹ ਐਂਗਲ ਇਹਦੇ ਇਕੁਅਲ ਆ, ਇਹਦੇ ਸਾਹਮਣੇ ਸਾਈਡ ਹੈਗੀ CD। ਹੁਣ 90 ਡਿਗਰੀ ਦੇ ਸਾਹਮਣੇ ਵਾਲੀ ਸਾਈਡ ਆ ਗਈ AC, ਇੱਥੇ 90 ਆ 90 ਦੇ ਬਰਾਬਰ, ਇਹਦੇ ਸਾਹਮਣੇ ਸਾਈਡ ਆ ਗਈ BC। ਹੁਣ ਆਹ ਵਾਲਾ ਐਂਗਲ ਰਹਿ ਗਿਆ, ਇਹਦੇ ਸਾਹਮਣੇ ਵਾਲੀ ਸਾਈਡ ਆ ਗਈ AB ਓਵਰ, ਆਹ ਐਂਗਲ ਇਹਦੇ ਇਕੁਅਲ ਹੈ, ਇਹਦੇ ਸਾਹਮਣੇ ਸਾਈਡ ਆ ਗਈ BD। ਹੁਣ ਸਾਡੀ ਰਿਕੁਆਇਰਮੈਂਟ ਹੈਗੀ BC ਸਕੁਅਰ। ਹੁਣ BC ਇਹਦੇ ਵਿੱਚ ਵੀ ਆਉਂਦਾ, ਇਹਦੇ ਵਿੱਚ ਵੀ ਆਉਂਦਾ, ਇਹਦੀ ਨੀਡ ਨਹੀਂ ਹੈਗੀ, ਜ਼ਰੂਰਤ ਨਹੀਂ ਹੈ, ਇਹਨੂੰ ਇੱਦਾਂ ਹੀ ਰਹਿੰਦਾ ਕਿ ਲਿਖਿਆ। ਇਹਨੂੰ ਆਪਾਂ ਇਹਦੇ ਨਾਲ ਮਲਟੀਪਲਾਈ ਕਰ ਦੇਣਾ, ਇਹਨੂੰ ਇਹਦੇ ਨਾਲ ਮਲਟੀਪਲਾਈ ਕਰ ਦੇਣਾ, ਸਾਡੇ ਕੋਲ BC ਸਕੁਅਰ ਆ ਜਾਏਗਾ। ਇੱਥੇ ਲਿਖਾਂਗੇ therefore BC ਸਕੁਅਰ ਇਜ਼ ਇਕੁਅਲ ਟੂ CD ਇੰਟੂ AC, CD ਇੰਟੂ AC। ਆਹ ਨੰਬਰ 2 ਆ ਗਿਆ। ਹੁਣ ਕਰਨਾ ਕੀ ਹੈਗਾ ਅਸੀਂ ਕਿ ਚਾਹੀਦਾ ਕੀ ਆ, AB ਸਕੁਅਰ ਪਲੱਸ BC ਸਕੁਅਰ ਦੋਨਾਂ ਨੂੰ ਐਡ ਕਰ ਦਾਂਗੇ। ਇੱਥੇ ਲਿਖ ਦਾਂਗੇ ਐਡਿੰਗ 1 ਐਂਡ 2। ਇਹਦੇ ਵਿੱਚ ਵੀ ਬੇਟੇ ਪੰਜਾਬੀ 'ਚ ਵੀ ਇਹ ਸੇਮ ਚੀਜ਼ਾਂ ਇੱਦਾਂ ਹੀ ਲਿਖਣੀਆਂ। ਸਿਮਿਲੈਰਿਟੀ ਦੀ ਜਗ੍ਹਾ 'ਤੇ ਸਮਰੂਪਤਾ ਲਿਖ ਦੇਣਾ, ਬਸ ਹੋਰ ਕੁਝ ਨਹੀਂ ਕਰਨਾ। ਕਾਮਨ ਦੀ ਜਗ੍ਹਾ 'ਤੇ ਸਾਂਝਾ ਕੋਣ, ਇੱਥੇ ਲਿਖ ਦੇਣਾ ਹਰੇਕ 90 ਡਿਗਰੀ, ਈਚ ਕਾਮਨ ਮਤਲਬ ਸਾਂਝਾ ਕੋਣ ਲਿਖ ਦੇਣਾ। ਆ ਸਮਰੂਪਤਾ ਲਿਖ ਦੇਣਾ ਇਹਨੂੰ, ਐਂਗਲ ਸਮਰੂਪਤਾ ਅਨੁਸਾਰ। ਸੋ ਇੱਥੇ ਲਿਖ ਦੇਣਾ ਐਡਿੰਗ 1 ਐਂਡ 2, ਐਡਿੰਗ 1 ਐਂਡ 2 ਮਤਲਬ 1 ਤੇ 2 ਨੂੰ ਜੋੜਨ ਤੇ ਕੀ ਆ ਜਾਏਗਾ, ਇਹਦੇ ਖੱਬਾ ਬਰਾਬਰ ਤੋਂ ਇੱਧਰਲੇ ਪਾਸੇ, ਬਰਾਬਰ ਤੋਂ ਇੱਧਰਲੇ ਪਾਸੇ AB ਸਕੁਅਰ ਪਲੱਸ BC ਸਕੁਅਰ ਇਜ਼ ਇਕੁਅਲ ਟੂ AB ਸਕੁਅਰ ਦੀ ਵੈਲਿਊ ਭਰ ਦਿੱਤੀ AD ਇੰਟੂ AC ਪਲੱਸ BC ਸਕੁਅਰ ਦੀ ਵੈਲਿਊ ਭਰਤੀ CD ਇੰਟੂ AC ਇਜ਼ ਇਕੁਅਲ ਟੂ, ਹੁਣ ਦੋਨਾਂ ਚੋਂ ਕਾਮਨ ਸਾਈਡ AC, ਬ੍ਰੈਕਟ 'ਚ ਰਹਿ ਗਿਆ AD ਪਲੱਸ CD, ਇੱਥੇ ਆ ਗਿਆ ਸਾਡੇ ਕੋਲ AC। ਹੁਣ AD ਪਲੱਸ CD ਦਾ ਕੀ ਮਤਲਬ ਆ, AD ਦੇ ਵਿੱਚ CD ਪਲੱਸ ਕਰ ਦਿੱਤਾ ਤੇ ਪੂਰੀ ਸਾਈਡ ਬਣ ਗਈ AC। AD ਪਲੱਸ CD ਇਜ਼ ਇਕੁਅਲ ਟੂ AC, AC ਐਜ਼ ਇਟ ਇਜ਼ ਇੰਟੂ ਆਹ ਵਾਲਾ AC ਬਣ ਗਿਆ, AC ਇੰਟੂ AC ਇਜ਼ AC ਸਕੁਅਰ। ਸੋ AB ਸਕੁਅਰ
प्लस BC स्क्वायर इज इक्वल टू AC स्क्वायर। ये साडी पाइथागोरस की थ्योरम आ गई। ये थ्योरम बेटे डायग्राम जरूर ड्रॉ करनी है, डायग्राम तो बिना कोई नंबर नहीं मिलना तुहानू। पहला डायग्राम, फिर उस तो बाद गिवन की दिता की है, सिद्ध की करना, कंस्ट्रक्शन लै ली, परपेंडिकुलर ड्रॉ कर दिता, फिर वो प्रूफ जो जो ये दिता साडे को AB वालियां दो ट्रायंगल्स लैके सिमिलर प्रूव करना, BC वालियां दो ट्रायंगल लैके उन्होंने सिमिलर प्रूव करना, फिर उन्होंने ऐड कर देना तो तुहाडा आंसर आ जाएगा। करके लिख के देखोगे 3-3 4-4 बारी तो फिर तुहानू याद हो जानी, पक्का पता लग जाएगा तुहानू कि किवें सिंपलीफाई करनी। नैक्सट बेटे नैक्सट अगली थ्योरम जिहड़ी दित्ती है वो तुहानू क्या कि चॉइस आनी है। एक सर्कल की थ्योरम भी देती है। देखो 17 का सोल्यूशन सर्कल की थ्योरम किस तरह करनी सी। प्रूव दैट लेंथ ऑफ टेंजेंट्स ड्रॉन फ्रॉम एन एक्सटर्नल पॉइंट टू ए सर्कल आर इक्वल। सिद्ध करो कि बाहरी बिंदु तो ਚੱਕਰ ਤੇ खिंचियां गई स्पर्श रेखावां ਦੀਆਂ लंबाइयां बराबर ਹੁੰਦੀਆਂ ਹਨ। देखो किवें करना है। सर्कल आ गया, आ कोई बाहरी बिंदु दिता, इत्थे आ स्पर्श रेखावां हैगियां तुहाडीआं, एक आ वाली, इत्थे ABC लिख लो। ए स्पर्श करता B आ गया, इत्थे C आ गया। आ इहदा बेटे सेंटर है सर्कल का, सेंटर इज O। इत्थों लैके जिथे सर्कल नूं टच करती है ਉਹਦੀ ਓਨੀ लंबाई आ। ये नहीं तुसीं अगे तक कर दो तो कहो लंबाई एडी हो गई, एडी छोटी रह गई, इदां नहीं। जिथे सर्कल नूं टच करती है वो इस पॉइंट तो लैके उत्थे तक उसकी लंबाई कहते हैं। आ बाहरी बिंदु तो ਚੱਕਰ ਤੇ खिंचियां गई स्पर्श रेखावां दीयां लंबाइयां AB ते AC बराबर होंदी है। लेंथ ऑफ टेंजेंट्स ड्रॉन फ्रॉम एक्सटर्नल पॉइंट, आ एक्सटर्नल पॉइंट है, आ टेंजेंट्स है, इन्हों टेंजेंट कहते हैं, पंजाबी च इन्हों स्पर्श रेखावां कहते हैं। ये बराबर होंदियां हैं, ये आपां सिद्ध करना बराबर। फिर सब तो पहला की करना, गिवन की है, पंजाबी च की कहते, की लिखना, दिता है। फिर ये टू प्रूव, ये की लिखना, सिद्ध करना। फिर इत्थे कंस्ट्रक्शन जे कोई है तो इत्थे रचना, फिर आप सिद्ध कर देना। जो भी टेंजेंट्स वाला आवे ना बेटे, आ जिहड़ा टच करता, ये रेडियस इनू आप ज्वाइन करना ही करना, मिलाना ही मिलाना। OB ते OC नू मिला देना, तो OA नू भी मिला देना। हुण देखो गिवन की है साडे कोल AB ते AC। पहला O इज द सेंटर ऑफ सर्कल and AB, AC are the tangents to the circle। प्रूव की करना कि AB इज इक्वल टू AC। कंस्ट्रक्शन की किया, ज्वाइन OA OB OC नू मिला दिता की है साडे कोल इत्थे लिखना, O ਚੱਕਰ ਦਾ केंद्र है, AB अते AC ਚੱਕਰ ਦੀਆਂ स्पर्श रेखावां हैं। स्पर्श रेखावां हैं। सिद्ध की करना, AB इज इक्वल टू AC। एक लिखना OA OB अते
OC ਨੂੰ ਮਿਲਾਓ। ਇੱਥੇ ਸਬੂਤ ਲਿਖ ਦਿਓ, ਇੱਥੇ ਪ੍ਰੂਫ ਲਿਖ ਦਿਓ। ਹੁਣ ਕਿੱਦਾਂ ਕਰਨਾ ਆਪਾਂ ਪ੍ਰੂਫ? ਹੁਣ ਫਿਰ ਉਸੇ ਤਰ੍ਹਾਂ ਹੀ ਆ ਦੇਖੋ ਕਿ ਇਸ ਤੋਂ ਪਹਿਲਾਂ ਵੀ ਇੱਕ ਥਿਓਰਮ ਹੈ ਕਿ ਰੇਡੀਅਸ ਜਿਹੜਾ ਆ ਉਹ ਟੇਂਜੈਂਟ ਦੇ ਉੱਤੇ 90 ਡਿਗਰੀ ਦਾ ਐਂਗਲ ਬਣਾਉਂਦਾ ਹਮੇਸ਼ਾ ਹੀ। ਇਹਦਾ ਮਤਲਬ ਐਂਗਲ ਜਿਹੜਾ ਆ ਉਹ 90 ਡਿਗਰੀ ਦਾ ਹੋਏਗਾ ਹੀ ਹੋਏਗਾ। ਅਤੇ ਇੱਧਰੋਂ ਵੀ ਵੀ ਰੇਡੀਅਸ ਹੈਗਾ, ਅਰਧ ਵਿਆਸ ਹੈਗਾ, ਚੱਕਰ ਦੀ ਸਪਰਸ਼ ਰੇਖਾ ਸਪਰਸ਼ ਬਿੰਦੂ ਆ, ਇਹ ਤੇ 90 ਡਿਗਰੀ ਦਾ ਐਂਗਲ ਬਣਾਏਗਾ ਹੀ ਬਣਾਏਗਾ। ਵੀ ਨੰਬਰ 2 ਵੀ ਐਂਗਲ 90 ਡਿਗਰੀ ਦਾ ਹੋਏਗਾ। ਇਹਦਾ ਰੀਜ਼ਨ ਲਿਖਣਾ ਕਿਉਂਕਿ ਰੇਡੀਅਸ ਇਜ਼ ਆਲਵੇਜ਼ ਪਰਪੈਂਡੀਕੂਲਰ ਟੂ ਦਾ ਟੇਂਜੈਂਟ ਐਟ ਦਾ ਪੁਆਇੰਟ ਆਫ ਕੰਟੈਕਟ। ਸਪਰਸ਼ ਬਿੰਦੂ ਦੇ ਉੱਤੇ 90 ਡਿਗਰੀ ਦਾ ਕੋਣ ਬਣਾਉਂਦਾ ਹਮੇਸ਼ਾ। ਦੇਖੋ ਕਿੱਦਾਂ, ਹੁਣ ਦੋ ਟ੍ਰਾਇੰਗਲਸ ਨੂੰ ਆਪਾਂ ਕਾਂਗਰੂਐਂਟ ਪ੍ਰੂਵ ਕਰ ਦੇਣਾ। ਕਾਂਗਰੂਐਂਟ ਕਿਸ ਤਰ੍ਹਾਂ ਪ੍ਰੂਵ ਕਰਦੇ ਆ ਉਹ ਦੇਖੋ, ਲਿਖਣਾ ਕਿੱਦਾਂ, ਇਨ ਟ੍ਰਾਇੰਗਲ ABO ਐਂਡ ਟ੍ਰਾਇੰਗਲ ACO। ਦੋ ਟ੍ਰਾਇੰਗਲਸ ਲੈ ਲਈਆਂ, ਇਹਨਾਂ ਨੂੰ ਕਾਂਗਰੂਐਂਟ ਪ੍ਰੂਵ ਕਰ ਦੇਣਾ। 3 ਰੀਜ਼ਨ ਦੇ ਨੇ ਕਾਂਗਰੂਐਂਟ ਲਈ। OB ਤੇ OC ਬਰਾਬਰ ਹੈ, OB ਤੇ OC ਬਰਾਬਰ ਹੈ ਬਿਕੋਜ਼ ਰੇਡੀਆਈ ਆਫ ਦਾ ਸਰਕਲ। ਤੇ ਦੇਖੋ ਇੱਧਰ ਲਿਖ ਦੇਣਾ AO ਐਂਡ AO ਇਜ਼ ਕਾਮਨ। ਇੱਥੇ ਲਿਖ ਦਾਂਗੇ AO ਇਜ਼ ਇਕੁਅਲ ਟੂ AO ਬਿਕੋਜ਼ ਕਾਮਨ ਆ ਗਿਆ। ਤੇ BO ਇਜ਼ ਇਕੁਅਲ ਟੂ CO ਬਿਕੋਜ਼ ਰੇਡੀਆਈ ਆਫ ਸਰਕਲ। ਮਤਲਬ ਇੱਥੇ ਲਿਖ ਦੇਣਾ ਚੱਕਰ ਦਾ ਅਰਧ ਵਿਆਸ, ਚੱਕਰ ਦਾ ਅਰਧ ਵਿਆਸ ਹੈ ਤੇ ਉਹ ਬਰਾਬਰ ਹੁੰਦੇ ਆ ਅਰਧ ਵਿਆਸ। ਇੱਥੇ ਕਾਮਨ ਮਤਲਬ ਸਾਂਝਾ, ਸਾਂਝੀ ਭੁਜਾ, ਕਾਮਨ ਸਾਈਡ। ਹੁਣ ਐਂਗਲ 1 ਇਜ਼ ਇਕੁਅਲ ਟੂ ਐਂਗਲ 2 ਬਿਕੋਜ਼ ਈਚ 90 ਡਿਗਰੀ ਐਜ਼ radius is perpendicular to the tangent at the point of contact। ਕਿਉਂਕਿ ਅਰਧ ਵਿਆਸ ਜਿਹੜਾ ਸਪਰਸ਼ ਰੇਖਾ ਦੇ ਉੱਤੇ 90 ਡਿਗਰੀ ਦਾ ਕੋਣ ਬਣਾਉਂਦਾ ਹੈ। ਇੱਥੇ ਲਿਖ ਦੇਣਾ ਨਾਲ, ਕਿਉਂਕਿ ਅਰਧ ਵਿਆਸ ਸਪਰਸ਼ ਰੇਖਾ ਦੇ ਸਪਰਸ਼ ਬਿੰਦੂ ਤੇ, ਰੇਖਾ ਦੇ ਸਪਰਸ਼ ਬਿੰਦੂ ਤੇ 90 ਡਿਗਰੀ ਦਾ ਕੋਣ ਬਣਾਉਂਦਾ ਹੈ। ਹੁਣ 3 ਕਾਰਨ ਦੱਸਣੇ ਹੁੰਦੇ ਆ। ਦੋਨੋਂ ਟ੍ਰਾਇੰਗਲਸ ਆਪਸ ਵਿੱਚ ਹੀ ਫਿਰ ਕਾਂਗਰੂਐਂਟ ਹੋ ਗਈਆਂ। ਇਸ ਤਰ੍ਹਾਂ ਲਿਖਣਾ ABO ਇਜ਼ ਕਾਂਗਰੂਐਂਟ ਟੂ ਟ੍ਰਾਇੰਗਲ ACO। ਕਾਂਗਰੂਐਂਟ ਦਾ ਸਿੰਬਲ ਹੈਗਾ ਸਰਬੰਗ ਸਮਤਾ, ਕਿਹੜੇ ਬਾਏ RHS ਅਨੁਸਾਰ। RHS ਮਤਲਬ ਰਾਈਟ ਹਾਈਪੋਟਨਿਊਜ਼ ਸਾਈਡ। ਇੱਕ ਰਾਈਟ ਐਂਗਲ ਆ, ਰਾਈਟ ਐਂਗਲ ਦੇ ਸਾਹਮਣੇ ਵਾਲੀ ਭੁਜਾ ਨੂੰ ਹਾਈਪੋਟਨਿਊਜ਼ ਕਹਿੰਦੇ, ਤੇ ਇੱਕ ਸਾਈਡ ਹੋ ਗਈ। ਤੇ ਬਾਈ RHS ਅਨੁਸਾਰ ਜੇ ਟ੍ਰਾਇੰਗਲਸ ਕਾਂਗਰੂਐਂਟ ਹੋ ਜਾਣ ਤੇ ਉਹਨਾਂ ਦੇ ਬਾਕੀ ਦੇ ਪਾਰਟਸ ਬਰਾਬਰ ਹੁੰਦੇ ਆ। AB ਇਜ਼ ਇਕੁਅਲ ਟੂ AC। ਇੱਥੇ ਲਿਖ ਦੇਅਰਫੋਰ AB ਇਜ਼ ਇਕੁਅਲ ਟੂ AC ਬਿਕੋਜ਼ CPCT ਦਾ ਮਤਲਬ ਹੁੰਦਾ ਕੋਰਸਪੋਂਡਿੰਗ ਪਾਰਟਸ ਆਫ ਕਾਂਗਰੂਐਂਟ ਟ੍ਰਾਇੰਗਲਸ। ਕੋਰਸਪੋਂਡਿੰਗ ਪਾਰਟਸ ਜਿਹੜੇ ਬਾਕੀ ਦੇ ਪਾਰਟਸ ਰਹਿ ਗਏ ਆ ਉਹ ਬਰਾਬਰ ਹੁੰਦੇ ਆ। ਬਸ ਇੰਨੀ ਥਿਓਰਮ ਸੀਗੀ। 4 ਲਾਈਨਾਂ ਤੁਸੀਂ ਲਿਖਣੀਆਂ ਤੇ 6 ਨੰਬਰ ਤੁਹਾਨੂੰ ਮਿਲ ਜਾਣੇ, ਜਿਹੜੇ ਬੱਚੇ ਚੰਗੀ ਤਰ੍ਹਾਂ ਯਾਦ ਕਰਕੇ ਲਿਖ ਲੈਣਗੇ। ਹਾਂਜੀ ਬੇਟੇ, ਲਾਸਟ ਕੁਐਸਚਨ ਹੈਗਾ 18th। ਇਹਦੇ ਵਿੱਚ ਦਿੱਤਾ ਆ ਡਿਸਟ੍ਰੀਬਿਊਸ਼ਨ given below gives the weight of 30 students of a class, find the median weight of the students। median weight find out ਕਰਨਾ। weight ਦਿੱਤਾ 40 to 45, ਕਿੰਨੇ ਬੱਚਿਆਂ ਦਾ, 2 ਬੱਚਿਆਂ ਦਾ, 45 to 50, ਇਸੇ ਤਰ੍ਹਾਂ ਸਾਰਿਆਂ ਦਾ ਦਿੱਤਾ।
ਤੇ ਆਪਾਂ ਮੀਡੀਅਨ weight ਕੱਢਣਾ ਉਹਦਾ। ਕੀ ਦਿੱਤਾ? ਵਜ਼ਨ ਦਿੱਤਾ ਬੇਟੇ ਕਿਲੋਗ੍ਰਾਮਾਂ 'ਚ। 40 ਤੋਂ 45 ਦੇ ਕਿੰਨੇ ਵਿਦਿਆਰਥੀ ਆ? 2। 45 ਤੋਂ 50 ਕਿਲੋ ਦੇ ਕਿੰਨੇ ਹੈਗੇ ਆ? ਇਸੇ ਤਰ੍ਹਾਂ ਸਾਰਿਆਂ ਦਾ weight ਦਿੱਤਾ। ਵਿਦਿਆਰਥੀਆਂ ਦੀ ਮੱਧਿਕਾ ਭਾਰ ਪਤਾ ਕਰੋ। ਮੱਧਿਕਾ ਭਾਰ ਪਤਾ ਕਰਨੀ। ਕੀ ਕਰਨਾ? ਸਭ ਤੋਂ ਪਹਿਲਾਂ ਆਪਾਂ ਕਰਨਾ, ਜਿਹੜਾ ਵੀ ਆਹ ਟੇਬਲ ਦਿੱਤਾ ਹੋਵੇ, ਡਾਟਾ ਜਿਹੜਾ ਗਿਵਨ ਆ, ਉਹਨੂੰ ਬੇਟੇ ਇਸ ਤਰ੍ਹਾਂ ਲਿਖ ਲੈਣਾ। ਇਹਨੂੰ ਕਹਿੰਦੇ ਵਰਗ ਅੰਤਰਾਲ। ਆ ਜਿਹੜਾ ਦਿੱਤਾ ਇਹਨੂੰ ਕਹਿੰਦੇ ਕਲਾਸ ਇੰਟਰਵਲ ਕਹਿੰਦੇ ਇੰਗਲਿਸ਼ ਵਿੱਚ। ਕਲਾਸ ਇੰਟਰਵਲ ਇਸ ਤਰ੍ਹਾਂ ਲਿਖ ਲੈਣਾ, C.I ਕਲਾਸ ਇੰਟਰਵਲ। ਉਹ ਕੀ ਦਿੱਤਾ? 40 ਤੋਂ 45 ਇੱਦਾਂ ਕਰਕੇ, 45 ਤੋਂ 50, 50 ਤੋਂ 55। ਇਸ ਸਾਈਡ 'ਤੇ ਤੁਸੀਂ ਇਸ ਤਰ੍ਹਾਂ ਕਰਕੇ ਲਿਖ ਲੈਣਾ। ਫਿਰ ਬਾਰੰਬਾਰਤਾ, ਆਹ ਵਾਲੀ ਬਾਰੰਬਾਰਤਾ ਕਿੰਨੇ ਕਿੰਨੇ ਹੈਗੇ ਆ? ਫਰੀਕੁਐਂਸੀ ਕਹਿੰਦੇ ਇਹਨੂੰ, F ਦੇ ਨਾਲ ਡਿਨੋਟ ਕਰਦੇ ਆ ਫਰੀਕੁਐਂਸੀ। 40 ਤੋਂ 45 ਕਿੰਨੇ ਬੱਚੇ ਹੈਗੇ ਆ? 45 ਤੋਂ 50 ਕਿਲੋ ਵਾਲੇ ਕਿੰਨੇ ਆ? ਇਸੇ ਤਰ੍ਹਾਂ। ਫਿਰ ਇੱਕ CF ਹੁੰਦਾ, ਇਹਨੂੰ ਕਹਿੰਦੇ ਸੰਚਵੀਂ ਬਾਰੰਬਾਰਤਾ। CF ਨੂੰ ਕਹਿੰਦੇ ਆ ਕਿਊਮੂਲੇਟਿਵ ਫਰੀਕੁਐਂਸੀ। ਕਿਊਮੂਲੇਟਿਵ ਫਰੀਕੁਐਂਸੀ ਕਿਵੇਂ ਫਾਈਂਡ ਆਊਟ ਕਰਦੇ ਆ? ਪਹਿਲਾ ਨੰਬਰ ਆ ਬਾਰੰਬਾਰਤਾ ਵਾਲਾ ਸੇਮ, ਫਿਰ ਇਹਦੇ ਵਿੱਚ ਆਪਾਂ 3 ਐਡ ਕਰਕੇ ਉਹਨੂੰ ਇੱਥੇ ਲਿਖ ਦੇਣਾ। 3 ਇਹਦੇ ਵਿੱਚ ਐਡ ਕਰਨਾ, 2 + 3 = 5। ਫਿਰ 5 ਦੇ ਵਿੱਚ 8 ਐਡ ਕਰਨਾ, ਉਹਨੂੰ ਇੱਥੇ ਲਿਖ ਦੇਣਾ। 5 + 8 13, 13 + 6 19, 19 + 6 25, 25 + 3 28, 28 + 2 30। ਬਿਲਕੁਲ ਇਹਨਾਂ ਦੇ ਸਾਹਮਣੇ ਆਉਣਾ ਚਾਹੀਦਾ, ਪਤਾ ਲੱਗੇ ਕਿ ਇਹਦੀ ਆਹ ਵਾਲੇ ਆਹ ਲਾਈਨ 'ਚ ਹੈਗਾ, ਆਹ ਵਾਲਾ ਆਹ ਲਾਈਨ 'ਚ ਹੈਗਾ, ਆਹ ਵਾਲਾ ਆਹ ਲਾਈਨ 'ਚ। ਨਹੀਂ ਤਾਂ ਤੁਸੀਂ ਜੇ ਨਹੀਂ ਪਤਾ ਲੱਗਦਾ ਇੱਦਾਂ ਤਾਂ ਲਾਈਨਾਂ ਮਾਰ ਲੈਣੀਆਂ। ਹੁਣ ਇਹਦਾ ਟੋਟਲ, ਆ ਸਾਰੇ ਦਾ ਟੋਟਲ, ਆਹ ਵਾਲਾ ਇਹੋ ਹੀ ਆ 30 ਹੈਗਾ ਸਾਰੇ ਦਾ ਟੋਟਲ ਵੀ। ਤੇ ਇਹਨੂੰ N ਦੇ ਨਾਲ ਡਿਨੋਟ ਕਰ ਦਿੰਦੇ, ਇਹਨੂੰ ਸਿਗਮਾ ਕਹਿੰਦੇ ਆ। ਸਿਗਮਾ ਟੋਟਲ ਕਿਹਦਾ? F ਦਾ। ਉਹਨੂੰ N ਵੀ ਕਹਿ ਦਿੰਦੇ ਆ, N = ਸਿਗਮਾ F। 2 ਤੇ 3 5 ਤੇ 8 13 ਤੇ 6 19 ਤੇ 6 25 3 28 ਤੇ 2 30 ਆ ਗਿਆ ਸਿਗਮਾ F। ਸਿਗਮਾ ਹੁੰਦਾ ਸਮ ਆਫ ਟਰਮਸ, ਸਮ ਇਹਨਾਂ ਸਾਰਿਆਂ ਦਾ ਜੋੜ। ਇਹਨੂੰ ਵੱਡੇ ਸਿਗਮਾ ਦੇ ਨਾਲ ਡਿਨੋਟ ਕਰਦੇ, ਇਹਨੂੰ ਕਹਿੰਦੇ ਜੋੜ, ਇਹਨਾਂ ਦਾ ਜੋੜ, ਇਹਨੂੰ ਸਿਗਮਾ ਕਹਿੰਦੇ ਆ। ਹੁਣ ਆਪਾਂ ਫਾਈਂਡ ਆਊਟ ਕੀ ਕਰਨਾ ਹੈਗਾ? ਲੱਭਣਾ ਕੀ ਆ? ਮੱਧਿਕਾ। ਮੱਧਿਕਾ ਦਾ ਫਾਰਮੂਲਾ ਇੱਥੇ ਲਿਖ ਦੇਣਾ। ਕੀ ਲਿਖਾਂਗੇ? ਮੱਧਿਕਾ ਦਾ ਫਾਰਮੂਲਾ ਮੀਡੀਅਨ ਕਹਿੰਦੇ ਇੰਗਲਿਸ਼ ਵਿੱਚ ਉਹਨੂੰ। ਦੇਖੋ ਕੀ ਆਏਗਾ? ਮੀਡੀਅਨ = ਚਲੋ ਇੱਥੇ ਲਿਖ ਲਓ, ਆ ਜਾਏਗਾ ਇੰਨਾ। ਮੀਡੀਅਨ = ਇਹਨੂੰ ਕਹਿੰਦੇ ਮੱਧਿਕਾ ਆ ਜਾਏਗਾ ਤੁਹਾਡਾ L + N/2 - CF ਆ ਗਿਆ F × H। ਹੁਣ ਇਹਨਾਂ ਸਾਰਿਆਂ ਦੀ ਵੈਲਿਊ ਆਪਾਂ ਕਿੱਥੋਂ ਫਾਈਂਡ ਆਊਟ ਕਰਨੀ ਆ? ਸਭ ਤੋਂ ਪਹਿਲਾਂ ਦੇਖਣਾ, ਜਿਹੜੀ ਆ ਬਾਰੰਬਾਰਤਾ ਦਿੱਤੀ ਆ, ਫਰੀਕੁਐਂਸੀ ਦਿੱਤੀ ਆ, ਸਭ ਤੋਂ ਵੱਡੀ ਕਿਹੜੀ ਆ? 8 ਨਾ। 8 ਦੇ ਕੋਰਸਪੋਂਡਿੰਗ ਕਲਾਸ ਇੰਟਰਵਲ ਕਿਹੜਾ? ਇੱਥੇ ਲਿਖਾਂਗੇ ਪਹਿਲਾਂ ਗ੍ਰੇਟੈਸਟ ਹਾਈਐਸਟ ਫਰੀਕੁਐਂਸੀ = 8। ਇਹਦੇ ਇੱਥੇ ਲਿਖਾਂਗੇ ਕੋਰਸਪੋਂਡਿੰਗ ਕਲਾਸ ਇੰਟਰਵਲ। ਮਤਲਬ ਇਹਦੇ ਸਾਹਮਣੇ ਜਿਹੜੀ ਕਲਾਸ ਇੰਟਰਵਲ ਆਉਂਦੀ ਉਹ ਕਿਹੜੀ ਆ? 50 ਤੋਂ ਲੈ ਕੇ 55, 50 to 55। ਤੇ ਜਿਹੜੀ L ਹੁੰਦਾ ਉਹ ਲੋਅਰ ਲਿਮਿਟ ਕਹਿੰਦੇ ਇਹਨੂੰ, L ਨੂੰ ਕਹਿੰਦੇ ਲੋਅਰ ਲਿਮਿਟ। ਉਹ L 50 ਹੁੰਦੀ, L = 50 ਆ ਗਈ। N/2 ਕੱਢਣਾ ਹੁਣ ਅਸੀਂ, N/2 = N ਦੀ ਵੈਲਿਊ ਆਪਾਂ ਕੱਢੀ ਆ ਥੱਲੇ, ਕਿੰਨਾ ਲਿਖਿਆ? N = 30। ਇੱਥੇ ਲਿਖਾਂਗੇ 30/2, ਉਹ ਆ ਗਿਆ ਸਾਡੇ ਕੋਲ 15। ਤੇ ਜਦੋਂ ਆਪਾਂ CF ਲੈਣਾ ਆ ਕਿਊਮੂਲੇਟਿਵ ਜਿਹੜੀ ਹਾਈਐਸਟ ਫਰੀਕੁਐਂਸੀ ਲਈ ਆ, ਇਹਦੇ ਉੱਪਰ ਵਾਲਾ ਇੱਧਰ ਨੂੰ ਜਾਣਾ ਤੇ ਆ CF ਦੀ ਵੈਲਿਊ ਇੱਥੋਂ ਲੈ ਲੈਣੀ ਆਪਾਂ, ਜਿਹੜੀ ਉੱਪਰ ਵਾਲੀ ਹੈਗੀ ਹੈ 5। ਇੱਥੇ ਲਿਖਾਂਗੇ CF = 5। CF 5 ਆ ਗਿਆ। ਫਿਰ ਇਸ ਤੋਂ ਬਾਅਦ ਆ ਜਾਏਗਾ F ਦੀ ਵੈਲਿਊ ਆ ਜਾਏਗੀ। F ਦੀ ਵੈਲਿਊ ਕਿੰਨੀ ਆ ਜਾਏਗੀ? F = ਸਾਡੇ ਕੋਲ 8, ਆ ਵਾਲਾ ਜਿਹੜਾ ਲਿਆ ਆਪਾਂ, F ਦੀ ਵੈਲਿਊ ਆ ਜਾਏਗੀ 8।
ਆ ਲਿਆ ਇੱਥੇ ਲਿਖਿਆ, ਤੇ ਐਚ ਦੀ ਵੈਲਿਊ ਕਿੰਨੀ ਆ ਜਾਏਗੀ ਸਾਡੇ ਕੋਲ, ਇਹਨਾਂ ਦਾ ਡਿਫਰੈਂਸ ਜਿਹੜਾ ਹੁੰਦਾ 40 ਤੋਂ 45 ਦਾ ਲੈ ਲਓ, ਭਾਵੇਂ ਇਹ ਲੈ ਲਓ, ਇਜ਼ ਇਕੁਅਲ ਟੂ ਐਚ ਇਜ਼ ਇਕੁਅਲ ਟੂ 5 ਆ ਗਿਆ। ਹੁਣ ਇਹਨਾਂ ਸਾਰੀਆਂ ਦੀਆਂ ਵੈਲਿਊਜ਼ ਇੱਥੇ ਭਰ ਦੇਣੀਆਂ ਤੇ ਸਾਡੇ ਕੋਲ ਮੀਡੀਅਨ ਆ ਜਾਏਗਾ। ਇੱਥੇ ਲਿਖਾਂਗੇ ਮੀਡੀਅਨ ਇਜ਼ ਇਕੁਅਲ ਟੂ ਐਲ ਦਾ ਕੀ ਮਤਲਬ ਆ 50 ਪਲੱਸ n/2 ਦੀ ਵੈਲਿਊ ਕਿੰਨੀ ਕੱਢੀ ਆ 15, CF ਕਿੰਨਾ ਕੱਢਿਆ 5 ਓਵਰ F ਕਿੰਨਾ ਆ ਗਿਆ ਸਾਡੇ ਕੋਲ 8 ਇੰਟੂ H ਦੀ ਵੈਲਿਊ ਕਿੰਨੀ ਹੈਗੀ ਆ 5। ਇਹਦੀ ਕੈਲਕੂਲੇਸ਼ਨ ਕਰ ਲਓ। ਹੁਣ ਆ ਗਿਆ ਸਾਡੇ ਕੋਲ 50 ਪਲੱਸ 15 ਮਾਈਨਸ 5 ਇਜ਼ 10 ਓਵਰ 8, ਇਹ ਆ ਗਿਆ 2 4 ਦਾ 8 2 5 ਦਾ ਇੰਟੂ 5 ਆ ਗਿਆ। ਇਹ ਆ ਜਾਏਗਾ ਸਾਡੇ ਕੋਲ 50 ਪਲੱਸ 5 5 ਦਾ 25/4 ਆ ਗਿਆ। 4 ਇੱਥੇ ਆਪਾਂ ਐਲਸੀਅਮ ਲੈ ਲਿਆ, ਇਹ ਆ ਗਿਆ 200 4 ਇੰਟੂ 50 200 ਪਲੱਸ 25 225 ਓਵਰ 4 ਆ ਗਿਆ। 4 ਨਾਲ ਇਹਨੂੰ ਡਿਵਾਈਡ ਕਰ ਦਿਓ, 4 ਨਾਲ ਡਿਵਾਈਡ ਕਰਕੇ ਆ ਜਾਏਗਾ ਸਾਡੇ ਕੋਲ 4 5 ਦਾ 20 4 6 ਦਾ 24 4 2 ਦਾ 8 ਤੇ 4 5 ਦਾ 20 56.25 ਸਾਡੇ ਕੋਲ ਇਹਦਾ ਮੀਡੀਅਨ ਆ ਗਿਆ। ਲਾਸਟ ਕੁਐਸਚਨ ਆ ਗਿਆ ਬੇਟੇ 18th ਕੁਐਸਚਨ ਦੇ ਨਾਲ ਚੋਇਸ ਦਿੱਤੀ ਆ। ਇਹਦੇ ਵਿੱਚ ਆਪਾਂ ਮੱਧਮਾਨ ਪਤਾ ਕਰਨਾ, ਮੱਧਮਾਨ ਮਤਲਬ ਮੀਨ ਫਾਈਂਡ ਆਊਟ ਕਰਨਾ। ਆਹ ਡਾਟਾ ਗਿਵਨ ਹੈ ਸਾਡੇ ਕੋਲ ਤੇ ਆਪਾਂ ਮੀਨ ਫਾਈਂਡ ਆਊਟ ਕਰਨਾ। ਇੱਥੇ ਲਿਖਿਆ ਮੀਨ ਫਾਈਂਡ ਆਊਟ ਕਰੋ, ਮੱਧਮਾਨ, ਇੱਥੇ ਮੱਧਮਾਨ ਪਤਾ ਕਰੋ। ਹੁਣ ਉਸੇ ਤਰ੍ਹਾਂ ਹੀ ਪਹਿਲਾਂ ਆਪਾਂ ਜਿਹੜਾ ਡਾਟਾ ਗਿਵਨ ਆ ਉਹਨੂੰ ਇਸ ਤਰੀਕੇ ਨਾਲ ਲਿਖ ਲੈਣਾ, ਕਲਾਸ ਇੰਟਰਵਲ, ਉਹਨੂੰ ਵਰਗ ਅੰਤਰਾਲ ਕਹਿੰਦੇ, 100 ਤੋਂ 150 150 ਤੋਂ 200 200 ਤੋਂ ਇਸ ਤਰ੍ਹਾਂ ਸਾਰਾ, ਫਿਰ 4 5 12 ਸਾਰਾ ਇਸ ਤਰ੍ਹਾਂ ਲਿਖ ਲੈਣਾ। ਇਸ ਤੋਂ ਬਾਅਦ ਇਹਦੇ ਵਿੱਚ ਲਿਖਣਾ ਐਕਸ, ਉਹਨੂੰ ਕਹਿੰਦੇ ਮੱਧ ਬਿੰਦੂ। ਇਹਨਾਂ ਦੋਨਾਂ ਨੂੰ ਜੋੜ ਕੇ 2 ਨਾਲ ਤਕਸੀਮ ਕਰਨਾ, 100 ਜਮਾ 150 ਬਟਾ 2, ਉਹ ਆ ਜਾਂਦਾ ਸਾਡੇ ਕੋਲ 125। ਇਸੇ ਤਰ੍ਹਾਂ ਹੀ ਆ ਵੀ ਜੋੜ ਕੇ 2 ਨਾਲ ਤਕਸੀਮ, ਜੋੜ ਕੇ 2 ਨਾਲ ਤਕਸੀਮ, ਇਹਨਾਂ ਨੂੰ ਜੋੜ ਕੇ 2 ਨਾਲ ਤਕਸੀਮ 275 ਆ ਜਾਂਦਾ, 275 ਫਿਰ ਇਹਨਾਂ ਦੋਨਾਂ ਨੂੰ ਜੋੜ ਕੇ 325 ਆ ਗਿਆ। ਫਿਰ ਕੀ ਕਰਨਾ, ਇਹਨੂੰ ਤੇ ਇਹਨੂੰ ਗੁਣਾ ਕਰ ਲੈਣਾ, ਇਹਨੂੰ 125 ਨੂੰ 4 ਨਾਲ ਗੁਣਾ ਕਰੋ 500 ਆ ਗਿਆ, 175 ਨੂੰ 5 ਨਾਲ ਗੁਣਾ ਕਰੋ 5 5 25 ਤੇ 17 5 85 2 87 ਆ ਗਿਆ, 12 5 60, 12 2 24 ਤੇ 6 30, 12 2 24 ਤੇ 3 27 2700 ਆ ਗਿਆ, 2 5 10, 27 2 54 ਤੇ 55 ਹੋ ਗਿਆ। ਗੁਣਾ ਕਰ ਲੈਣਾ ਤੁਸੀਂ, 2 3 6 ਤੇ 50 650 ਆ ਗਿਆ। ਇਹਨਾਂ ਨੂੰ ਜੋੜ ਲੈਣਾ, ਮੱਧਮਾਨ ਦਾ ਫਾਰਮੂਲਾ ਇੱਥੇ ਲਿਖ ਲੈਣਾ। ਸਭ ਤੋਂ ਪਹਿਲਾਂ ਮਤਲਬ ਮੇਨ ਫਾਰਮੂਲਾ ਵੀ ਆਉਣਾ ਚਾਹੀਦਾ ਤੁਹਾਨੂੰ, ਮੱਧਮਾਨ ਮਤਲਬ ਮੀਨ। ਇਹ ਬੇਟੇ 1 ਨੰਬਰ 'ਚ ਵੀ ਆ ਸਕਦਾ ਕਿ ਮੱਧਮਾਨ ਦਾ ਫਾਰਮੂਲਾ ਲਿਖੋ, ਇਸ ਤਰ੍ਹਾਂ ਕਰਕੇ ਸਵਾਲ ਆਉਂਦੇ ਆ। ਉਹ ਹੁੰਦਾ ਸਿਗਮਾ fx ਓਵਰ ਸਿਗਮਾ f, ਮਤਲਬ ਇਹਨਾਂ ਦਾ ਜੋੜ, ਉਹਨੂੰ ਸਿਗਮਾ fx ਕਹਿੰਦੇ, ਸਿਗਮਾ ਦੇ ਨਾਲ ਡਿਨੋਟ ਕਰਦੇ ਆ, ਸਿਗਮਾ fx ਇਜ਼ ਇਕੁਅਲ ਟੂ f ਤੇ x ਨੂੰ ਮਲਟੀਪਲਾਈ ਕਰਕੇ ਜਿਹੜਾ ਇਹਨਾਂ ਦਾ ਜੋੜ ਆਉਂਦਾ, ਇਹਨਾਂ ਨੂੰ ਜੋੜ ਲੈਣਾ ਆਪਾਂ ਤੇ ਡਿਵਾਈਡਡ ਬਾਈ ਸਿਗਮਾ f। ਇਹ ਆ ਗਿਆ ਸਾਡੇ ਕੋਲ 4 ਤੇ 5 9 ਤੇ 12 21 ਤੇ 4 25 25 ਆ ਗਿਆ। ਇਹਨਾਂ ਨੂੰ ਜੋੜ ਲੈਣਾ। ਹੁਣ ਜੋੜਨ ਦਾ ਦੇਖੋ, ਸਭ ਤੋਂ ਪਹਿਲਾਂ ਸਾਈਡ ਤੇ ਲਿਖ ਲਓ, ਜੇ ਇਹ 'ਚ ਗਲਤੀ ਨਹੀਂ ਹੋਣੀ ਚਾਹੀਦੀ, ਇਹ ਧਿਆਨ ਨਾਲ ਜੋੜਨਾ। ਫਿਰ 500, ਫਿਰ 875 ਆ ਗਿਆ, ਫਿਰ 550 ਆ ਗਿਆ, ਫਿਰ 650 ਆ ਗਿਆ। ਇਸ ਤਰ੍ਹਾਂ ਸੀਕੁਐਂਸ ਵਿੱਚ ਲਾਈਨਾਂ 'ਚ ਇੱਦਾਂ ਕਰਕੇ ਲਿਖ ਲੈਣਾ। ਇਹ 5 ਆ ਗਿਆ ਤੁਹਾਡੇ ਕੋਲ, 7 ਤੇ 5 12 ਤੇ 5 17 1, 7 ਤੇ 1 8, 8 ਤੇ 5 13, 13 ਤੇ 8 21, 21 ਤੇ 5 26, 26 ਤੇ 6 32, 2 ਆ ਗਿਆ ਤੇ 3 ਹਾਸਲ ਆ ਗਏ, 3 ਤੇ 2 5 ਆ ਗਿਆ, 5275 ਆ ਗਿਆ। ਇੱਥੇ ਲਿਖ ਦੇਣਾ 5275, ਇਹਦੀ ਵੈਲਿਊ ਭਰ ਦੇਣੀ 5275 ਓਵਰ ਇਹਦੀ ਵੈਲਿਊ ਭਰ ਦੇਣੀ ਆ 25। ਜੇ ਕੱਟੇ ਜਾਂਦੇ ਕੱਟ ਦੇਣੇ, 5 5 ਦਾ 25, 5 1 ਦਾ 5 0, 5 5 ਦਾ 25 ਤੇ 5 5 ਦਾ 25।
फिर आ गया साढ़े कोल इत्थे 1055 ओवर 5 आ गया, फिर 5 आंदा 5, 5 2 दा 10, 5 आंदा 5 आंदा, सो आंसर आ गया साढ़े को 211। सो ये मध्यमान का आंसर आ गया। ये ਤੁਹਾਡੇ 6 नंबर वाले क्वेश्चन से।